ਆਪਣੇ ਫੂਡ ਨੂੰ ਹੀ ਆਪਣੀ ਮੈਡੀਸਨ ਜਿਹੜੀ ਆ ਉਹ ਬਣਾਇਆ ਜਾਵੇ। ਚਿਹਰਾ ਤੁਹਾਡਾ ਪਿੰਪਲ ਫ੍ਰੀ, ਬਲੈਮਿਸ਼ ਫ੍ਰੀ, ਜਿਹੜਾ ਬਹੁਤ ਵਧੀਆ, ਜਿਹੜਾ ਚਮਕਦਾਰ ਹੋਣਾ ਚਾਹੀਦਾ, ਤੇ ਉਹ ਕਿਵੇਂ ਕੀਤਾ ਜਾ ਸਕਦਾ। ਅੱਜ ਵਿਟਾਮਿਨ ਸੀ ਦੀ ਗੱਲ ਕਰਨੀ ਹੈ, ਕੈਲਸ਼ੀਅਮ ਦੀ ਗੱਲ ਕਰਨੀ ਹੈ, ਨੌਹਾਂ ਦੀ ਟੇਕ ਕੇਅਰ ਦੀ ਗੱਲ ਕਰਨੀ ਹੈ। ਇੰਜੈਸ਼ਨ, ਡਾਈਜੈਸ਼ਨ, ਐਬਜ਼ੌਰਪਸ਼ਨ ਐਂਡ ਇਵੈਕੂਏਸ਼ਨ। ਸੋ ਅਗਰ ਇਵੈਕੂਏਸ਼ਨ ਦੇ ਵਿੱਚ ਕਿਤੇ ਗੜਬੜ ਹੋ ਰਹੀ ਹੈ, ਤੁਸੀਂ ਕਦੇ ਤੰਦਰੁਸਤ ਨਹੀਂ ਹੋ ਸਕਦੇ। ਵਿਟਾਮਿਨ ਸੀ ਤੇ ਕੈਲਸ਼ੀਅਮ ਸਾਨੂੰ ਕਿਹੜੇ ਨੇਚਰਲ ਸੋਰਸਿਸ ਨੇ, ਜਦੋਂ ਅਸੀਂ ਇਹ ਕਹਿੰਦੇ ਹਾਂ ਲੈਟ ਫੂਡ ਬੀ ਯੂਰ ਮੈਡੀਸਨ। ਇੱਕੋ ਜਿਹੇ ਗੁਣ ਕਿਹੜੇ 3 ਫਲਾਂ 'ਚ ਸੀਗੇ? ਔਲਾ, ਹਰੜ, ਬਹਿੜਾ। ਕਿਤੇ ਕੱਢ ਕੇ ਸੁੱਟ ਦਿਓ, ਇਹਨੂੰ ਘਰ ਫਾਈਨ ਪਾਊਡਰ ਬਣਾ ਦਿਓ, ਸਭ ਭਾਗ ਇੱਕੋ ਜਿਹੇ ਹੋਣ, ਔਲਾ, ਹਰੜ, ਬਹਿੜਾ, ਤੇ ਉਹ ਤੁਹਾਡਾ ਤ੍ਰਿਫਲਾ ਤਿਆਰ ਹੋ ਗਿਆ। ਤ੍ਰਿਫਲੇ ਦਾ ਤੇ ਤੁਸੀਂ ਸੁਣ ਲਿਆ, ਦੁਨੀਆ ਦੇ ਵਿੱਚ ਬੜਾ ਵੱਡਾ ਨਾਂ ਹੈ। ਤ੍ਰਿਫਲਾ ਲੈਣੇ ਆ, ਤੁਹਾਡੀਆਂ 2 ਪੂਰਤੀਆਂ ਕਰਦਾ ਹੈ ਕੁਦਰਤ ਤੌਰ ਤੇ। ਪਹਿਲੀ ਵਿਟਾਮਿਨ ਸੀ ਔਰ ਦੂਸਰਾ ਕੈਲਸ਼ੀਅਮ। ਔਲੇ ਦਾ ਰਸ ਪੀ ਸਕਦੇ ਹੋ, ਪਰ ਆਪ ਕੱਢਿਆ ਹੋਵੇ, ਬਾਜ਼ਾਰੀ ਡੱਬਾ ਬੰਦ ਕਦੇ ਨਹੀਂ ਯੂਜ਼ ਕਰਨਾ। ਅਲਟੀਮੇਟਲੀ ਤੁਹਾਡੀ ਸਕਿਨ ਤੇ ਤੁਹਾਡੀ ਅੱਖਾਂ ਤੇ ਇਹਦਾ ਬਹੁਤ ਚੰਗਾ ਪ੍ਰਭਾਵ ਹੋਏਗਾ। ਖੱਟੇ ਫਲਾਂ ਦੀ ਵਰਤੋਂ ਜ਼ਿਆਦਾ ਕਰਦੇ ਹੋ, ਉਹ ਚਾਹੇ ਸੰਤਰਾ ਹੋ ਗਿਆ, ਮਾਲਟਾ ਹੋ ਗਿਆ, ਮੈਂਡਰਿਨ ਹੋ ਗਿਆ, ਨਿੰਬੂ ਹੋ ਗਿਆ, ਇਹਨਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਵਿਟਾਮਿਨ ਸੀ ਤੇ ਕੈਲਸ਼ੀਅਮ ਮਿਲਦਾ ਹੈ। ਅੱਜ ਅਸੀਂ ਇਹ ਵਰਤੋਂ ਸਿਰਫ ਤੇ ਸਿਰਫ ਸਕਿਨ ਕੇਅਰ ਵਾਸਤੇ ਫੋਕਸ ਕਰ ਰਹੇ ਹਾਂ। ਅਦਰਵਾਈਜ਼ ਇਹਨਾਂ ਦੇ ਜਿਹੜੇ ਗੁਣ ਨੇ, ਇਹਨਾਂ ਦੇ ਜਿਹੜੇ ਯੂਜ਼ਸ ਨੇ, ਉਹ ਬਹੁਤ ਜ਼ਿਆਦਾ ਨੇ। ਨੇਲ ਜਦੋਂ ਕਿਤੇ ਖੁਰਦਰੇ ਹੋ ਜਾਂਦੇ ਆ, ਇਹਨਾਂ ਦੇ ਉੱਤੇ ਲਾਈਨਾਂ ਲਾਈਨਾਂ ਪ੍ਰਤੀਤ ਹੁੰਦੀਆਂ, ਫੀਲ ਹੁੰਦੀਆਂ, ਇਹਦਾ ਮਤਲਬ ਇਹ ਹੈ ਕਿ ਵਿਟਾਮਿਨ ਸੀ ਤੇ ਕੈਲਸ਼ੀਅਮ ਤੁਹਾਡੇ ਕੋਲ ਘੱਟ ਹੈ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਤੇ ਇਸ ਸ਼ੋਅ ਦੇ ਵਿੱਚ ਹੈਲਥ ਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਥੋੜਾ ਜਿਹਾ ਤੁਹਾਨੂੰ ਜੇ ਰੀਕੈਪ ਦੱਸ ਦਈਏ ਤਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਡਾਕਟਰ ਅਰਿੰਦੁਮਨ ਮਾਹਲ ਜੀ ਦੇ ਨਾਲ ਗੱਲ ਕੀਤੀ ਸੀਗੀ ਕਿ ਸਕੈਲਪ ਦੀ ਟੇਕ ਕੇਅਰ ਕਿਵੇਂ ਕੀਤੀ ਜਾ ਸਕਦੀ ਹੈ, ਵਾਲਾਂ ਦੀ ਟੇਕ ਕੇਅਰ ਕਿਵੇਂ ਕੀਤੀ ਜਾ ਸਕਦੀ ਹੈ, ਤੇ ਉਹਨਾਂ ਨੇ ਫਾਰਮੂਲਾਜ਼ ਸਾਨੂੰ ਲਿਖਾਏ ਸੀ ਕਿ ਇਹ ਚੀਜ਼ਾਂ ਤੁਸੀਂ ਘਰ ਦੇ ਵਿੱਚੋਂ, ਆਪਣੀ ਕਿਚਨ ਦੇ ਵਿੱਚੋਂ ਲੈ ਸਕਦੇ ਆ। ਹਮੇਸ਼ਾ ਇਹ ਕਹਿੰਦੇ ਆ ਕਿ ਆਪਣੇ ਫੂਡ ਨੂੰ ਹੀ ਆਪਣੀ ਮੈਡੀਸਨ ਜਿਹੜੀ ਆ ਉਹ ਬਣਾਇਆ ਜਾਵੇ। ਤੇ ਫਿਰ ਉਸ ਤੋਂ ਬਾਅਦ ਚਿਹਰੇ ਨੂੰ ਕਿਵੇਂ ਸਹੀ ਕਰ ਸਕਦੇ ਆ, ਚਿਹਰੇ ਨੂੰ ਗਲੋਈ ਕਿਵੇਂ ਬਣਾ ਸਕਦੇ ਆ। ਰੰਗ ਕਿਸੇ ਵੀ ਤਰ੍ਹਾਂ ਦਾ ਹੋਵੇ, ਪਰ ਚਿਹਰਾ ਤੁਹਾਡਾ ਪਿੰਪਲ ਫ੍ਰੀ, ਬਲੈਮਿਸ਼ ਫ੍ਰੀ, ਜਿਹੜਾ ਬਹੁਤ ਵਧੀਆ, ਜਿਹੜਾ ਚਮਕਦਾਰ ਹੋਣਾ ਚਾਹੀਦਾ, ਤੇ ਉਹ ਕਿਵੇਂ ਕੀਤਾ ਜਾ ਸਕਦਾ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਨੋਟ ਕਰਵਾਈਆਂ ਸੀ। ਪਰ ਨਾਲ ਨਾਲ ਤੁਹਾਨੂੰ ਦੱਸਿਆ ਸੀ ਕਿ ਇਹ ਐਪੀਸੋਡ ਜਿਹੜਾ ਚੱਲਦਾ ਰੱਖਾਂਗੇ, ਕਿ ਅੱਜ ਵਿਟਾਮਿਨ ਸੀ ਦੀ ਗੱਲ ਕਰਨੀ ਹੈ, ਕੈਲਸ਼ੀਅਮ ਦੀ ਗੱਲ ਕਰਨੀ ਹੈ, ਨੌਹਾਂ ਦੀ ਟੇਕ ਕੇਅਰ ਦੀ ਗੱਲ ਕਰਨੀ ਹੈ, ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਤੁਹਾਨੂੰ ਮਿਲ ਜਾਣਗੀਆਂ ਜੋ ਕਿ ਤੁਹਾਡੇ ਲਈ ਫਾਇਦੇਮੰਦ ਹੋਣਗੀਆਂ। ਸੋ ਫਟਾਫਟ ਆਓ ਸਵਾਗਤ ਕਰ ਲੈਂਦੇ ਹਾਂ ਡਾਕਟਰ ਅਰਿੰਦੁਮਨ ਮਾਹਲ ਜੀ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ ਤੋਂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ, ਜਿਵੇਂ ਅਸੀਂ ਪਿਛਲੀ ਵਾਰ ਕਿਹਾ ਕਿ ਬਹੁਤ ਚੀਜ਼ਾਂ ਸਾਨੂੰ ਨਹੀਂ ਪਤਾ ਹੁੰਦੀਆਂ ਕਿ ਕਿਚਨ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਸਾਨੂੰ ਲੈ ਲੈਣੀਆਂ ਚਾਹੀਦੀਆਂ ਜਿਹੜੀਆਂ ਤੁਹਾਡੇ ਲਈ ਫਾਇਦੇਮੰਦ ਹੋ ਸਕਦੀਆਂ ਨੇ। ਹਮੇਸ਼ਾ ਕਹਿੰਦੇ ਆ ਕਿ ਹੈਲਥੀ ਫੂਡ ਜਿਹੜਾ ਉਹ ਖਾਣਾ ਚਾਹੀਦਾ, ਜਿਹੜਾ ਤੁਹਾਡੀ ਸਿਹਤ ਦੇ ਲਈ ਚੰਗਾ ਹੋਣਾ ਚਾਹੀਦਾ, ਉਹ ਫੂਡ ਜਿਹੜਾ ਉਹ ਖਾਣਾ ਚਾਹੀਦਾ। ਪਰ ਜਦੋਂ ਫੂਡ ਦੇ ਨਾਲ ਨਾਲ ਉਹ ਅਪਲਾਈ ਕभी ਹੋ ਜਾਂਦਾ ਤਾਂ ਉਹ ਕਹਿੰਦੇ ਆ ਕਿ ਚੈਰੀ ਔਨ ਦ ਕੇਕ ਹੋ ਜਾਂਦਾ, ਕਿ ਤੁਸੀਂ ਅੰਦਰੋਂ ਵੀ ਤੰਦਰੁਸਤ ਤੇ ਬਾਹਰੋਂ ਵੀ ਤੁਸੀਂ ਤੰਦਰੁਸਤ ਦਿਖਦੇ ਆ। ਪਹਿਲੀ ਗੱਲ ਕਿ ਚਿਹਰਾ ਤੁਹਾਡਾ, ਤੁਸੀਂ ਕੌਨਫੀਡੈਂਸ ਦੀ ਪਿਛਲੀ ਵਾਰ ਗੱਲ ਕੀਤੀ ਸੀਗੀ ਕਿ ਕੌਨਫੀਡੈਂਸ ਤੁਹਾਡੇ ਤੇ ਵੱਖਰਾ ਆ ਜਾਂਦਾ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੀ ਸਕਿਨ ਗਲੋਈ ਆ, ਤੁਸੀਂ ਤੰਦਰੁਸਤ ਆ, ਤੇ ਉਹ ਇੱਕ ਕੌਨਫੀਡੈਂਸ ਤੇ ਨਾਲ ਨਾਲ ਇੱਕ ਪੋਜ਼ਿਟਿਵਿਟੀ ਤੁਹਾਡੇ ਵਿੱਚ ਰਹਿੰਦੀ ਹੈ। ਤਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਜਿਹੜਾ ਉਹ ਕਰ ਸਕਦੇ ਆ। ਸਮਾਜ ਦੇ ਵਿੱਚ ਰਹਿੰਦੇ ਹੋਏ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਹੈਗੀਆਂ ਨੇ। ਸੋ ਅਸੀਂ ਗੱਲ ਕਰ ਰਹੇ ਸੀਗੇ ਚਾਹ ਦੀ ਉਸ ਟਾਈਮ ਦੇ ਉੱਤੇ, ਕਿ ਚਾਹ ਦੀ ਗੱਲ ਹੋਈ ਸੀ, ਚਾਹ ਜਿਹੜੀ ਆ ਉਹ ਨਹੀਂ ਪੀਣੀ ਚਾਹੀਦੀ। ਸੋ ਤੁਸੀਂ ਇੰਨਾ ਟਾਈਮ ਪਹਿਲਾਂ ਮੈਨੂੰ ਦੱਸੋ, ਚਾਹ ਤੋਂ ਬਿਨਾਂ ਰਹੇ ਕਿਵੇਂ? ਅੱਖਾਂ ਹੀ ਨਹੀਂ ਖੁੱਲਦੀਆਂ ਸਵੇਰੇ ਚਾਹ ਤੋਂ ਬਿਨਾਂ। ਇਹ ਬਾਡੀ ਦੀ ਕੰਡੀਸ਼ਨਿੰਗ ਹੈ ਕਿ ਅਸੀਂ ਜਿਸ ਤਰੀਕੇ ਦੇ ਨਾਲ ਢਾਲ ਲੈਂਦੇ ਹਾਂ ਉਸ ਤਰੀਕੇ ਦੇ ਨਾਲ ਸਾਡੀ ਡਿਪੈਂਡੈਂਸ ਬਣ ਜਾਂਦੀ ਹੈ। ਬਹੁਤ ਸਾਰੇ ਲੋਕ ਨੇ ਸਮੋਕ ਕਰਦੇ ਆ, ਉਹ ਬਿਨਾਂ ਸਮੋਕਿੰਗ ਤੋਂ। ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਸਮੋਕਿੰਗ ਕੀ ਹੁੰਦੀ ਹੈ। ਸਿਮਿਲਰਲੀ ਸਾਡੇ ਸਮਿਆਂ ਦਰਮਿਆਨ ਬਹੁਤ ਸਾਰੇ ਲੋਕ ਚਾਹ ਨਹੀਂ ਪੀਂਦੇ ਸੀਗੇ,
ਸੋ ਮੈਂ ਵੀ ਉਹਦੇ ਵਿੱਚ ਇੱਕ ਸੀਗਾ ਕਿ ਨਹੀਂ ਮੈਂ ਚਾਹ ਨਹੀਂ ਪੀਣੀ। ਕੁਝ ਇਸ ਤਰ੍ਹਾਂ ਦੀਆਂ ਚਾਹ ਦੇ ਬਾਰੇ ਗੱਲਾਂ ਸੁਣ ਲਈਆਂ ਤੇ ਡਿਸਾਈਡ ਕਰ ਲਿਆ ਕਿ ਮੈਂ ਜ਼ਿੰਦਗੀ 'ਚ ਚਾਹ ਨਹੀਂ ਪੀਵਾਂਗਾ, ਕਦੀ ਨਹੀਂ ਪੀਤੀ ਸੀ। ਸੋ ਬਾਡੀ ਇਸਟਿਕ ਹੋਣੀ ਅੱਜ ਕੱਲ੍ਹ ਸਾਰੀ ਦੀ ਸਾਰੀ ਰਿਸਪੌਂਸਿਬਿਲਟੀ ਚਾਹ ਤੇ ਕੌਫੀ ਤੇ ਚਲੀ ਗਈ ਹੈ। ਬਾਡੀ ਇਸਟਿਕ ਨਾ ਹੋਵੇ, ਇਹਦੇ ਨਾਲ ਅਸੀਂ 100 ਬਿਮਾਰੀਆਂ ਤੋਂ ਬਚ ਸਕਦੇ ਹਾਂ। ਬਾਡੀ ਇਸਟਿਕ ਹੋਵੇਗੀ ਤੇ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਇਰੀਟੇਬਲ ਬਾਲ ਸਿੰਡਰੋਮ, ਕਿ ਸਾਡੇ ਪੇਟ ਦੇ ਵਿੱਚ ਐਸਿਡ ਹੋਏਗਾ ਤੇ ਗੈਸ ਹੋਏਗੀ, ਗੈਸ ਹੋਏਗੀ ਤੇ ਫਲੈਚੂਲੈਂਸ ਹੋਏਗੀ, ਫਲੈਚੂਲੈਂਸ ਹੋਏਗੀ ਤੇ ਸਟੂਲ ਦੀ ਫਾਰਮੇਸ਼ਨ ਠੀਕ ਨਹੀਂ, ਇਵੈਕੂਏਸ਼ਨ ਨਹੀਂ ਹੁੰਦੀ, ਪੇਟ ਸਾਫ਼ ਨਹੀਂ ਹੁੰਦਾ। ਤੇ ਜਦੋਂ ਸਾਫ਼ ਨਹੀਂ ਹੁੰਦਾ ਤੇ ਫਿਰ ਆਟੋ ਇੰਟੌਕਸੀਕੇਸ਼ਨ ਹੈ। ਇੱਕ ਤੇ ਇਹ ਆ ਕਿ ਬਾਹਰੋਂ ਇੰਟੌਕਸੀਕੈਂਟਸ ਲੈਣੇ, ਇੱਕ ਆ ਆਟੋ ਇੰਟੌਕਸੀਕੇਸ਼ਨ, ਤੁਹਾਡੇ ਅੰਦਰ ਹੀ ਸਾਰਾ ਉਹ ਮੋਰਬਿਡ ਪਿਆ ਹੋਇਆ ਹੈ, ਉਹ ਪਿਆ ਹੋਇਆ ਜਿਹੜਾ ਕਿ ਹਾਈਲੀ ਟੌਕਸਿਕ ਆ, ਉਹਦਾ ਐਕਸਕ੍ਰੀਟ ਹੋਣਾ, ਇਵੈਕੂਏਟ ਹੋਣਾ ਬਹੁਤ ਹੀ ਜ਼ਰੂਰੀ ਹੈ। ਇੰਜੈਸ਼ਨ, ਡਾਈਜੈਸ਼ਨ, ਐਬਜ਼ੌਰਪਸ਼ਨ ਐਂਡ ਇਵੈਕੂਏਸ਼ਨ। ਸੋ ਅਗਰ ਇਵੈਕੂਏਸ਼ਨ ਦੇ ਵਿੱਚ ਕਿਤੇ ਗੜਬੜ ਹੋ ਰਹੀ ਹੈ, ਤੁਸੀਂ ਕਦੇ ਤੰਦਰੁਸਤ ਨਹੀਂ ਹੋ ਸਕਦੇ, ਤੁਸੀਂ ਕਦੇ ਵੀ 100 ਸਾਲ ਦੀ ਉਮਰ ਨਹੀਂ ਹੰਢਾ ਸਕਦੇ। ਔਰ ਲੇਟਰ ਸਟੇਜ ਤੇ ਤੁਹਾਨੂੰ ਡਿਮੈਂਸ਼ੀਆ ਵਰਗੀਆਂ ਬਹੁਤ ਸਾਰੇ ਮਨੋਰੋਗ, ਤੁਹਾਨੂੰ ਦਿਮਾਗੀ ਰੋਗ ਆ ਕੇ ਘੇਰ ਸਕਦੇ ਆ ਅਗਰ ਤੁਹਾਨੂੰ ਆਟੋ ਇੰਟੌਕਸੀਕੇਸ਼ਨ ਦੀ ਪ੍ਰੋਬਲਮ ਰਹਿੰਦੀ ਹੈ। ਸੋ ਇਸ ਕਰਕੇ ਪੇਟ ਸਾਫ਼ ਹੋਣਾ ਬਹੁਤ ਹੀ ਜ਼ਰੂਰੀ ਹੈ। ਉਹੀ ਤੁਹਾਡੀ ਸਕਿਨ ਦਾ ਰਾਜ਼ ਹੈ। ਵਿਟਾਮਿਨ ਸੀ ਬਹੁਤ ਇੰਪੋਰਟੈਂਟ ਹੈ ਸਕਿਨ ਕੇਅਰ ਵਾਸਤੇ। ਬਿਲਕੁਲ। ਵਿਟਾਮਿਨ ਸੀ ਤੇ ਕੈਲਸ਼ੀਅਮ ਸਾਨੂੰ ਕਿਹੜੇ ਨੇਚਰਲ ਸੋਰਸਿਸ ਨੇ, ਜਦੋਂ ਅਸੀਂ ਇਹ ਕਹਿੰਦੇ ਆ ਲੈਟ ਫੂਡ ਬੀ ਯੂਰ ਮੈਡੀਸਨ। ਸੋ ਇਹ ਗੱਲ ਅਸੀਂ ਅਕਸਰ ਸੁਣੀ ਹੋਈ ਹੈ ਕਿ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਹੈ ਜੀ। ਇਹ ਸੁਣੀ ਤੇ ਹੈ, ਸੁਣਾਈ ਵੀ ਹੈ, ਲੇਕਿਨ ਕਿਉਂ ਇਹਦਾ ਨਹੀਂ ਸਾਨੂੰ ਪਤਾ। ਕਿਉਂਕਿ ਔਲਾ ਇੱਕ ਇਹੋ ਜਿਹਾ ਫਲ ਆ ਇਸ ਧਰਤੀ ਦੇ ਉੱਤੇ ਜਿਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਦੁਨੀਆ ਦੇ ਉੱਤੇ 6 ਹੀ ਸਵਾਦ ਬਣੇ ਆ, 7ਵਾਂ ਕੋਈ ਨਹੀਂ ਬਣਿਆ। ਔਲਾ ਇੱਕ ਇਹੋ ਜਿਹਾ ਫਲ ਹੈ ਜਿਹਦੇ ਵਿੱਚ 6 ਦੇ ਵਿੱਚੋਂ 5 ਨੇ ਸਿਰਫ ਕੱਲਾ ਲੂਣ ਨਹੀਂ ਹੈ, ਉਹ ਕੱਲਾ ਔਲਾ ਹੈ। ਇਸ ਕਰਕੇ ਹੀ ਸੱਚੀ ਮੁੱਚੀ ਖਾਣ ਤੋਂ ਬਾਅਦ ਸਾਨੂੰ ਇਹੋ ਜਿਹਾ ਸਵਾਦ ਆਉਂਦਾ ਹੈ, ਇਹੋ ਜਿਹੀ ਮਿਠਾਸ ਆਉਂਦੀ ਹੈ ਕਿ ਇਹ ਤਾਂ ਬੜਾ ਵਧੀਆ ਸੀ, ਖਾਣ ਲੱਗਿਆ ਸਾਨੂੰ ਅਜੀਬ ਲੱਗਦਾ ਹੈ। ਸੋ ਇਸ ਕਰਕੇ ਇਹਦੇ ਵਿੱਚ ਫਲ ਹੋਣ ਦੇ ਨਾਤੇ, ਸਬਜ਼ੀ ਹੋਣ ਦੇ ਨਾਤੇ, ਅਚਾਰ ਹੋਣ ਦੇ ਨਾਤੇ, ਮੁਰੱਬਾ ਹੋਣ ਦੇ ਨਾਤੇ, ਰਸ ਹੋਣ ਦੇ ਨਾਤੇ, ਇਹਦੇ ਵਿੱਚ ਜੋ ਗੁਣ ਨੇ ਉਹ ਦੁਨੀਆ ਦੇ ਕਿਸੇ ਹੋਰ ਭੋਜਨ ਦੇ ਵਿੱਚ ਨਹੀਂ। ਸੋ ਇਸ ਕਰਕੇ ਸਾਨੂੰ ਫਿਰ ਅਸੀਂ ਕੀ ਕਰਤਾ ਕਿ ਤ੍ਰਿਫਲਾ, ਇੱਕੋ ਜਿਹੇ ਗੁਣ ਕਿਹੜੇ 3 ਫਲਾਂ 'ਚ ਸੀਗੇ, ਔਲਾ, ਹਰੜ, ਬਹੇੜਾ। ਇਹਨਾਂ ਨੂੰ ਸੰਭਾਗ ਲੈ ਕੇ, ਚਾਹੇ ਇਹ ਸੁੱਕੇ ਹੋਣ, ਗਿੱਟ ਕੱਢ ਕੇ ਸੁੱਟ ਦਿਓ, ਇਹਨੂੰ ਘਰ ਫਾਈਨ ਪਾਊਡਰ ਬਣਾ ਦਿਓ, ਸੰਭਾਗ ਇੱਕੋ ਜਿਹੇ ਹੋਣ, ਔਲਾ, ਹਰੜ, ਬਹੇੜਾ, ਤੇ ਉਹ ਤੁਹਾਡਾ ਤ੍ਰਿਫਲਾ ਤਿਆਰ ਹੋ ਗਿਆ। ਤ੍ਰਿਫਲੇ ਦਾ ਤੇ ਤੁਸੀਂ ਸੁਣ ਲਿਆ ਦੁਨੀਆ ਦੇ ਵਿੱਚ ਬੜਾ ਵੱਡਾ ਨਾਂ ਆ। ਸੋ ਜਦੋਂ ਅਸੀਂ ਤ੍ਰਿਫਲਾ ਲੈਨੇ ਆ, ਤੁਹਾਡੀਆਂ 2 ਪੂਰਤੀਆਂ ਕਰਦਾ ਹੈ ਕੁਦਰਤ ਤੌਰ ਤੇ। ਪਹਿਲੀ ਵਿਟਾਮਿਨ ਸੀ ਔਰ ਦੂਸਰਾ ਕੈਲਸ਼ੀਅਮ। ਤ੍ਰਿਫਲਾ ਲੈਣ ਵਾਲੇ ਨੂੰ ਵਿਟਾਮਿਨ ਸੀ ਜਾਂ ਕੈਲਸ਼ੀਅਮ ਦੇ ਐਕਸਟਰਾ ਸਪਲੀਮੈਂਟ ਲੈਣ ਦੀ ਜ਼ਰੂਰਤ ਨਹੀਂ। ਔਲੇ ਦਾ ਰਸ ਪੀ ਸਕਦੇ ਹੋ, ਪਰ ਆਪ ਕੱਢਿਆ ਹੋਵੇ, ਬਾਜ਼ਾਰੀ ਡੱਬਾ ਬੰਦ ਕਦੇ ਨਹੀਂ ਯੂਜ਼ ਕਰਨਾ। ਇਸੇ ਤਰੀਕੇ ਦੇ ਨਾਲ ਤੁਸੀਂ ਮੁਰੱਬਾ ਖਾ ਸਕਦੇ ਹੋ, ਇਹਦਾ ਅਚਾਰ ਪਾ ਕੇ ਖਾ ਸਕਦੇ ਹੋ। ਸੋ ਔਲੇ ਦੀ ਵਰਤੋਂ ਜਿੰਨੀ ਵੀ ਹੋ ਸਕੇ ਉਨੀ ਚੰਗੀ ਹੈ। ਅਲਟੀਮੇਟਲੀ ਤੁਹਾਡੀ ਸਕਿਨ ਤੇ ਤੁਹਾਡੀ ਅੱਖਾਂ ਤੇ ਇਹਦਾ ਬਹੁਤ ਚੰਗਾ ਪ੍ਰਭਾਵ ਹੋਏਗਾ। ਸੋ ਤ੍ਰਿਫਲਾ ਜਿਹੜਾ ਆ, ਜਿੱਥੇ ਤੁਹਾਨੂੰ ਕੈਲਸ਼ੀਅਮ ਤੇ ਵਿਟਾਮਿਨ ਸੀ ਦਿੰਦਾ, ਉਸ ਤੋਂ ਬਾਅਦ ਤੁਹਾਡਾ ਜਿਹੜਾ ਡਾਈਜੈਸਟਿਵ ਸਿਸਟਮ ਹੈ, ਇੰਜੈਸ਼ਨ, ਡਾਈਜੈਸ਼ਨ, ਐਬਜ਼ੌਰਪਸ਼ਨ ਐਂਡ ਇਵੈਕੂਏਸ਼ਨ, ਇਹਦੀ ਹੈਲਥ ਬਹੁਤ ਠੀਕ ਰੱਖਦਾ ਹੈ। ਇਹਨੂੰ ਰਸਾਇਣ ਕਿਹਾ ਗਿਆ ਆ। ਰਸਾਇਣ ਦਾ ਭਾਵ ਇਹ ਇਹੋ ਜਿਹੀ ਟੌਨਿਕ ਆ, ਅਲਟਰੇਟਿਵ ਆ, ਕਿ ਜਿਹੜਾ ਕਿਤੇ ਹੋਰ ਨਹੀਂ ਤੁਹਾਨੂੰ ਮਿਲ ਸਕਦਾ। ਇਹਨੂੰ ਵਿਟਾਮਿਨਸ ਦੇ ਵਿੱਚ, ਇਹਨੂੰ ਮਿਨਰਲਸ ਦੇ ਵਿੱਚ ਨਹੀਂ ਤੁਸੀਂ ਕਨਵਰਟ ਕਰ ਸਕਦੇ। ਔਲਾ ਔਲਾ ਹੀ ਹੈ। ਵਿਟਾਮਿਨ ਸੀ ਅਸੀਂ ਕਹਿਤਾ ਸਮਝਾਉਣ ਵਾਸਤੇ, ਪਰ ਇਹਦੇ 'ਚ ਤੇ ਇੰਨੇ ਜ਼ਿਆਦਾ ਗੁਣ ਨੇ ਕਿ ਵਿਟਾਮਿਨ ਸੀ ਦੇ ਸਮੇਤ, ਕੈਲਸ਼ੀਅਮ ਦੇ ਸਮੇਤ ਅਨੇਕਾਂ। ਸੋ ਇਸ ਕਰਕੇ ਜਿੱਥੇ ਤੁਸੀਂ ਦੁੱਧ ਦੀ ਜ਼ਿਆਦਾ ਵਰਤੋਂ ਕਰਦੇ ਹੋ, ਕੈਲਸ਼ੀਅਮ ਤੁਹਾਨੂੰ ਉੱਥੋਂ ਮਿਲ ਗਿਆ। ਉਸੇ ਤਰੀਕੇ ਦੇ ਨਾਲ ਖੱਟੇ ਫਲਾਂ ਦੀ ਵਰਤੋਂ ਜ਼ਿਆਦਾ ਕਰਦੇ ਹੋ, ਉਹ ਚਾਹੇ ਸੰਤਰਾ ਹੋ ਗਿਆ, ਮਾਲਟਾ ਹੋ ਗਿਆ, ਮੈਂਡਰਿਨ ਹੋ ਗਿਆ, ਨਿੰਬੂ ਹੋ ਗਿਆ, ਇਹਨਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਵਿਟਾਮਿਨ ਸੀ ਤੇ ਕੈਲਸ਼ੀਅਮ ਮਿਲਦਾ ਹੈ, ਜਿਹੜਾ ਕਿ ਸਾਨੂੰ
ਬਹੁਤ ਜ਼ਬਰਦਸਤ ਜ਼ਰੂਰਤ ਹੁੰਦੀ ਹੈ। ਇਹਨਾਂ ਦੀ ਡੈਫੀਸ਼ੀਐਂਸੀ ਸਾਨੂੰ 100 ਤਰ੍ਹਾਂ ਦੀਆਂ ਬਿਮਾਰੀਆਂ ਵੀ ਦਿੰਦੇ ਆ। ਸੋ ਇਹਨਾਂ ਦੀ ਸਾਨੂੰ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ। ਅੱਜ ਅਸੀਂ ਇਹ ਵਰਤੋਂ ਸਿਰਫ ਤੇ ਸਿਰਫ ਸਕਿਨ ਕੇਅਰ ਵਾਸਤੇ ਫੋਕਸ ਕਰ ਰਹੇ ਹਾਂ। ਅਦਰਵਾਈਜ਼ ਇਹਨਾਂ ਦੇ ਜਿਹੜੇ ਗੁਣ ਨੇ, ਇਹਨਾਂ ਦੇ ਜਿਹੜੇ ਯੂਜ਼ਸ ਨੇ, ਉਹ ਬਹੁਤ ਜ਼ਿਆਦਾ ਨੇ। ਦੂਸਰਾ ਤੁਹਾਡਾ ਸਵਾਲ ਸੀ ਕਿ ਨੇਲਸ ਦੀ ਬੜੀ ਵੱਡੀ ਪ੍ਰੋਬਲਮ ਆ। ਬਿਲਕੁਲ। ਨੇਲ ਜਦੋਂ ਕਿਤੇ ਖੁਰਦਰੇ ਹੋ ਜਾਂਦੇ ਆ, ਇਹਨਾਂ ਦੇ ਉੱਤੇ ਲਾਈਨਾਂ ਪ੍ਰਤੀਤ ਹੁੰਦੀਆਂ, ਫੀਲ ਹੁੰਦੀਆਂ, ਇਹਦਾ ਮਤਲਬ ਇਹ ਹੈ ਕਿ ਵਿਟਾਮਿਨ ਸੀ ਤੇ ਕੈਲਸ਼ੀਅਮ ਤੁਹਾਡੇ ਕੋਲ ਘੱਟ ਹੈ। ਸੋ ਉਹਦੀ ਪੂਰਤੀ ਕਰਨ ਵਾਸਤੇ ਕੁਦਰਤ ਦੇ ਸਰੋਤ ਮੈਂ ਦੱਸਦੇ, ਉਸ ਤੋਂ ਬਾਅਦ ਤੁਸੀਂ ਸਪਲੀਮੈਂਟ ਵੀ ਲੈ ਸਕਦੇ ਹੋ, ਲੇਕਿਨ ਇਹ ਬਹੁਤ ਜ਼ਰੂਰੀ ਹੈ। ਬਹੁਤ ਵਾਰੀ ਸਾਡੇ ਨੇਲ ਜਿਹੜੇ ਆ ਇਹ ਖੁਸ਼ਕ ਨਜ਼ਰ ਆਉਂਦੇ ਆ, ਸੁੱਕ ਗਏ ਨਜ਼ਰ ਆਉਂਦੇ ਆ, ਦੋਨੋਂ ਸਾਈਡਾਂ ਤੇ ਦੋਨੋਂ ਐਂਡਸ ਤੋਂ ਕਾਲੇ ਹੋ ਜਾਂਦੇ ਆ, ਕਈਆਂ ਦੇ ਭਰ ਵੀ ਜਾਂਦੇ ਨੇ, ਦਰਦ ਵੀ ਹੁੰਦੀ ਆ, ਨੇਲ ਖਰਾਬ ਹੋ ਜਾਂਦੇ ਆ। ਔਰ ਇੱਕ ਖਾਸ ਕਿਸਮ ਦੀ ਬਿਮਾਰੀ ਆ, ਉਹਨੂੰ 20 ਨੇਲ ਡਿਜ਼ੀਜ਼ ਕਹਿੰਦੇ ਆ। ਅਗਰ ਇਹੋ ਜਿਹੀਆਂ ਬਿਮਾਰੀਆਂ ਹੋਣ ਤਾਂ ਉਹਦੇ ਵਾਸਤੇ ਤੁਸੀਂ ਘਰ ਇੱਕ ਤੇਲ ਬਣਾ ਲੈਣਾ ਹੈ, ਸਰੋਂ ਦਾ ਤੇਲ, ਕਿਉਂਕਿ ਸਰੋਂ ਤੇ ਰਾਈ ਇੱਕ ਇਹੋ ਜਿਹੀ ਚੀਜ਼ ਹੈ ਜਿਹਦੀ ਜਿੰਨੀ ਵੀ ਪ੍ਰੇਜ਼ ਕਰ ਲਓ ਉਨੀ ਘੱਟ ਹੈ, ਸਰੋਂ ਤੇ ਰਾਈ। ਸੋ ਇਸ ਕਰਕੇ ਸਰੋਂ ਦਾ ਤੇਲ 1 ਚਮਚ, ਲਸਣ ਦੀ ਕਲੋਵ 1 ਤੁਰੀ ਬਰੀਕ ਬਰੀਕ ਸਲਾਈਸਿਸ ਕੱਟ ਕੇ, ਔਰ ਅੱਧਾ ਚਮਚ ਹਲਦੀ। ਇਹਨੂੰ ਚੰਗੇ ਤਰੀਕੇ ਨਾਲ ਸਾੜ ਲਓ ਫਰਾਈਂਗ ਪੈਨ ਤੇ। ਸਾੜਨ ਤੋਂ ਬਾਅਦ ਇਹਨੂੰ ਠੰਡਾ ਕਰਕੇ ਪੁਣ ਲਓ। ਰਾਤੀ ਸੌਣ ਲੱਗਿਆ ਉਹ ਨਹੁੰ, ਚਾਹੇ ਉਹ ਪੈਰਾਂ ਦੇ ਨੇ ਚਾਹੇ ਉਹ ਹੱਥਾਂ ਦੇ ਨੇ, ਉਹ ਪੀਲੇ ਤੇ ਹੋ ਜਾਣਗੇ ਫਾਰ ਦੀ ਟਾਈਮ ਬੀਇੰਗ, ਕਿਉਂਕਿ ਹਲਦੀ ਪਾਈ ਹੋਈ ਹੈ। ਲੇਕਿਨ ਉਹਦੇ ਵਿੱਚ ਜਿਹੜੀ ਫੰਗਸ ਪਈ ਹੋਈ ਹੈ, ਉਹਦੇ ਵਿੱਚ ਜਿਹੜੀ ਡਿਜ਼ੀਜ਼ ਪਈ ਹੋਈ ਆ, ਉਹਨੂੰ ਇਹ ਰੂਟ ਆਊਟ ਕਰ ਦੇਗਾ ਜੇ ਅਸੀਂ ਉਹਨੂੰ ਜਿੰਨਾ ਗਰਮ ਬਰਦਾਸ਼ਤ ਕਰ ਸਕਦੇ ਹਾਂ। ਤੱਤਾ ਕਿਉਂਕਿ ਪੰਜਾਬੀ ਹੈ ਜਿਹਦੇ ਵਿੱਚ ਗਰਮ ਦੀਆਂ, ਹਾਟ ਦੀਆਂ ਬੜੀਆਂ ਹੀ ਵੇਰੀਏਸ਼ਨਸ ਨੇ ਕਿ ਇਹ ਨਿੱਘਾ ਹੋ ਗਿਆ, ਗੁੱਸਾ ਹੋ ਗਿਆ, ਗਰਮ ਹੋ ਗਿਆ, ਤੱਤਾ ਹੋ ਗਿਆ। ਇਹ ਨੀਆਂ ਹੋਰ ਵੇਰੀਏਸ਼ਨ ਕਿਤੇ ਹੈ ਨਹੀਂ ਗੀਆਂ, ਇਹ ਇਕੱਲੀਆਂ ਪੰਜਾਬੀ 'ਚ ਨੇ। ਸੋ ਇਸ ਕਰਕੇ ਤੱਤਾ ਤੇਲ ਜਿੰਨਾ ਅਸੀਂ ਬਰਦਾਸ਼ਤ, ਪਹਿਲਾਂ ਥੋੜਾ ਜਿਹਾ ਲਾਓ, ਫਿਰ ਹੋਰ ਲਾਓ, ਫਿਰ ਹੋਰ ਬਣਾ ਕੇ ਰੱਖ ਸਕਦੇ ਹਾਂ ਤੇ ਬਾਅਦ 'ਚ ਗਰਮ ਕਰ ਸਕਦੇ ਹਾਂ ਲਾਉਣ ਦੇ। ਇਹ ਖਰਾਬ ਹੀ ਨਹੀਂ ਹੋਣਾ ਭਾਵੇਂ 20 ਸਾਲ ਪਿਆ ਰਹੇ, ਕਿਉਂਕਿ ਤੇਲ 'ਚ ਪਈ ਹੋਈ ਚੀਜ਼ 5 ਸਾਲ ਅਚਾਰ ਖਰਾਬ ਨਹੀਂ ਹੁੰਦੇ ਸੀ। ਤੇਲ 'ਚ ਪਈ ਹੋਈ ਕੋਈ ਵੀ ਚੀਜ਼ ਕਦੇ ਖਰਾਬ ਨਹੀਂ ਹੁੰਦੀ, ਖਾਸ ਕਰਕੇ ਸਰੋਂ ਦਾ। ਤਾਂ ਸਰੋਂ ਕਿਉਂਕਿ ਪੰਜਾਬ ਦੇ ਨਾਲ ਜੁੜੀ ਹੋਈ ਹੈ, ਕੋਕੋਨਟ ਤੇ ਕੋਸਟਲ ਏਰੀਆਜ਼ 'ਚ ਹੁੰਦਾ ਸੀ। ਸਰੋਂ ਅਸੀਂ ਮੁੱਢ ਕਦੀਮ ਤੋਂ ਯੂਜ਼ ਕਰਦੇ ਰਹੇ ਹਾਂ, ਚਾਹੇ ਉਹ ਕਾਲੀ ਸਰੋਂ ਸੀ ਤੇ ਚਾਹੇ ਉਹ ਬਰਾਊਨ ਸਰੋਂ ਸੀ। ਕਾਲੀ ਸਰੋਂ ਨੂੰ ਅਸੀਂ ਰਾਈ ਕਹਿ ਦਿੰਦੇ ਸਾਂ। ਇਹ ਉਹੀ ਰਾਈ ਹੈ ਜਿਹੜੀ ਹਰ ਅਚਾਰ 'ਚ ਪੈਂਦੀ ਹੈ। ਇਹ ਉਹੀ ਰਾਈ ਹੈ ਜਿਹੜੀ ਹਰ ਮਾਂ ਜਦੋਂ ਬੱਚੇ ਨੂੰ ਜਨਮ ਦਿੰਦੀ ਸੀ ਤੇ ਇੱਕ ਤਵੀਜ਼ ਬਣ ਜਾਂਦਾ ਸੀ ਮਾਂ ਦੇ ਮੋਢੇ ਡੋਲੇ ਤੇ, ਔਰ ਬੱਚੇ ਦੇ ਡੋਲੇ ਦੇ ਉੱਤੇ ਕੱਪੜੇ 'ਚ ਲਪੇਟ ਕੇ ਹਿੰਗ ਤੇ ਰਾਈ ਬੰਨ੍ਹ ਦਿੱਤੀ ਜਾਂਦੀ ਸੀ। ਔਰ ਇਹ ਮੰਨਿਆ ਜਾਂਦਾ ਸੀ ਕਿ ਜਿਹਦੇ ਹਿੰਗ ਤੇ ਰਾਈ ਬੱਧੀ ਹੋਈ ਹੈ ਉਹ ਚਿਲੀਏ ਦੇ ਦਰਮਿਆਨ 1.25 ਮਹੀਨੇ ਦੇ ਦਰਮਿਆਨ ਬਿਮਾਰ ਨਹੀਂ ਹੋਏਗਾ, ਉਹਦੇ ਕੋਲ ਵਾਇਰਸ ਨਹੀਂ ਆਏਗਾ, ਬੈਕਟੀਰੀਆ ਨਹੀਂ ਆਏਗਾ, ਉਹ ਤੰਦਰੁਸਤ ਰਹੇਗਾ। ਸੋ ਇਹਨਾਂ ਚੀਜ਼ਾਂ ਦੀਆਂ ਪੁਰਾਤਨ ਇਹ ਵੈਲਿਊ ਨੇ, ਉਹ ਅੱਜ ਵੀ ਜ਼ਿੰਦਾ ਨੇ, ਅਸੀਂ ਇਹਨਾਂ ਨੂੰ ਪ੍ਰੂਵ ਕਰ ਚੁੱਕੇ ਹਾਂ। ਸੋ ਇਹਨਾਂ ਚੀਜ਼ਾਂ ਦੀ ਭਰਪੂਰ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ, ਇਹ ਚੀਜ਼ਾਂ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਅਸੀਂ ਕਈ ਵਾਰੀ ਹੈ ਕਿ ਉਹੀ ਗੱਲ ਕਿ ਅਸੀਂ ਬਾਜ਼ਾਰੀ ਚੀਜ਼ਾਂ 'ਚ ਜ਼ਿਆਦਾ ਪੈ ਗਏ ਹੈਗੇ ਆ। ਵਿਟਾਮਿਨ ਸੀ ਦਾ ਤੁਸੀਂ ਜ਼ਿਕਰ ਕੀਤਾ, ਸਾਨੂੰ ਇੰਨੇ ਹਜ਼ਾਰਾਂ ਸੀਰਮ ਜਿਹੜੇ ਆ ਉਹ ਮਿਲ ਜਾਂਦੇ ਆ। ਕਈ ਵਾਰੀ ਉਹ ਸੂਟ ਕਰਦੇ ਆ ਤੁਹਾਨੂੰ, ਕਈ ਵਾਰੀ ਉਹ ਨਹੀਂ ਕਰਦੇ। ਫਿਰ ਤੁਹਾਨੂੰ ਕਿਹਾ ਜਾਂਦਾ ਕਿ ਨਹੀਂ ਇਹ ਤੁਹਾਡੀ ਸਕਿਨ ਟਾਈਪ ਦੇ ਲਈ ਸਹੀ ਨਹੀਂ ਹੈਗੇ। ਹੁਣ ਜਿਹੜੀਆਂ ਚੀਜ਼ਾਂ ਸਾਨੂੰ ਕਿਚਨ 'ਚੋਂ ਮਿਲਦੀਆਂ ਨੇ, ਜਿਵੇਂ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਹੋ ਸਕਦਾ ਹੈ ਕਿ ਕੁਝ ਗਲਤ ਯੂਜ਼ ਕਰ ਲਿਆ ਹੋਵੇ, ਪਰ ਜਿਹੜੀਆਂ ਕੁਦਰਤ ਦੇ ਨਾਲ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਉਹ ਕਦੇ ਵੀ ਤੁਹਾਨੂੰ ਨੁਕਸਾਨ ਜਿਹੜਾ ਨਹੀਂ ਪਹੁੰਚਾਉਂਦੀਆਂ। ਕਿਉਂਕਿ ਕਈ ਵਾਰ ਸਾਡੇ ਵਿਊਅਰਸ ਵੀ ਸਾਨੂੰ ਪੁੱਛ ਲੈਂਦੇ ਨੇ ਕਿ ਜੇ ਅਸੀਂ ਲਗਾਵਾਂਗੇ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੋਏਗਾ। ਕੁਦਰਤ ਦੇ ਸਰੋਤ ਤੋਂ ਜਿਹੜੀ ਵੀ ਚੀਜ਼ ਕੋਈ ਲਓਗੇ, ਓਵਰ ਯੂਜ਼ ਹਰ ਚੀਜ਼ ਦਾ ਬੁਰਾ ਹੁੰਦਾ ਹੈ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਲੇਕਿਨ ਅਸੀਂ ਸੀਮਾਵਾਂ ਦੇ ਵਿੱਚ ਕਿਸੇ ਵੀ ਕੁਦਰਤੀ ਚੀਜ਼ ਦੀ ਵਰਤੋਂ ਕਰਾਂਗੇ, ਉਹ ਕਦੇ ਨੁਕਸਾਨ ਨਹੀਂ ਕਰਦੇ। ਅਸੀਂ ਕੈਲਸ਼ੀਅਮ ਦੀ ਗੱਲ ਕਰ ਰਹੇ ਹਾਂ ਇੱਥੇ, ਤੇ ਕਈ ਵਾਰੀ ਇਹ ਇੱਕ ਅਲੱਗ ਟੌਪਿਕ ਹੈ, ਪਰ ਇਹ ਹੈ ਕਿ ਕੈਲਸ਼ੀਅਮ ਦੀ ਘਾਟ ਦੇ ਨਾਲ ਸਾਡੇ ਦੰਦ ਵੀ ਜੁੜੇ ਹੋਏ ਨੇ। ਅਸੀਂ ਦੰਦਾਂ ਦੀ ਵੀ ਜੇ ਗੱਲ ਕਰੀਏ ਤਾਂ ਕਈ ਵਾਰੀ ਹੁੰਦਾ ਕਿ ਕੈਲਸ਼ੀਅਮ ਤੁਹਾਡੇ ਵਿੱਚ ਪੂਰਾ ਨਹੀਂ ਹੈਗਾ, ਸੋ ਉਹ ਸਪਲੀਮੈਂਟਸ ਹੋ ਜਾਂਦੇ ਨੇ ਤੇ ਕਈ ਵਾਰੀ ਦੰਦ ਫਿਰ ਵੀ ਜਿਹੜੇ ਸਹੀ ਨਹੀਂ ਹੁੰਦੇ। ਸੋ ਜੇ ਅਸੀਂ ਇਹ ਚੀਜ਼ਾਂ ਯੂਜ਼ ਕਰਾਂਗੇ ਤੇ ਉਹਦੇ ਨਾਲ ਦੰਦਾਂ ਵਾਲਾ ਕੈਲਸ਼ੀਅਮ ਵੀ ਜਿਹੜਾ ਉਹ ਨਾਲ ਪੂਰਾ ਹੋਏਗਾ। ਕੈਲਸ਼ੀਅਮ ਚਾਹੇ ਉਹ ਤੁਹਾਡੀ ਸਕਲ ਹੋਵੇ, ਚਾਹੇ ਤੁਹਾਡੀਆਂ ਬੋਨਸ ਹੋਣ, ਚਾਹੇ ਤੁਹਾਡੇ ਦੰਦ ਹੋਣ, ਚਾਹੇ ਤੁਹਾਡੇ ਨੇਲਸ ਹੋਣ, ਸਾਰਿਆਂ ਵਾਸਤੇ ਕੁਦਰਤੀ ਕੈਲਸ਼ੀਅਮ ਜਿਹੜਾ ਹੈ
ਜਿੰਨਾ ਸਾਨੂੰ ਕੈਲਸ਼ੀਅਮ ਬੋਡੀ ਨੇ ਐਬਜ਼ੌਰਬ ਕਰਨਾ ਉਹਦੇ ਪ੍ਰਪੋਰਸ਼ਨੇਟ ਵਿਟਾਮਿਨ D3 ਚਾਹੀਦੀ ਹੈ ਜੀ। ਜਦੋਂ ਅਸੀਂ ਕੁਦਰਤੀ ਸਰੋਤਾਂ ਤੋਂ ਲਵਾਂਗੇ ਤੇ ਉਹਦੇ ਵਿੱਚ ਵਿਟਾਮਿਨ D3 ਨਾ ਲਿਆ ਕਿਉਂਕਿ ਉਹ ਈਜ਼ੀਲੀ ਐਬਜ਼ੌਰਬ ਹੋ ਜਾਂਦਾ ਹੈ। ਜਦੋਂ ਅਸੀਂ ਸਿੰਥੈਟਿਕ ਲਵਾਂਗੇ ਤੇ ਵਿਟਾਮਿਨ D ਤੇ ਨਾਲ ਕੈਲਸ਼ੀਅਮ ਲਿਆ, ਵਿਟਾਮਿਨ D ਵੀ ਜਾਂ D3 ਵੀ ਲੈਣਾ ਪੈਂਦਾ ਤਾਂ ਕਿ ਉਹਦੀ ਐਬਜ਼ੌਰਪਸ਼ਨ ਹੋ ਜਾਏ। ਸੋ ਜਦੋਂ ਐਕਿਊਟ ਡੈਫੀਸ਼ੀਐਂਸੀਜ਼ ਹੋ ਜਾਂਦੀਆਂ ਉਹ ਨਾ ਹੋਣ ਤਾਂ ਚੰਗਾ ਹੈ। ਫਿਰ ਤੇ ਜਦੋਂ ਡਾਕਟਰ ਕਹਿੰਦੇ ਆ ਕਰ ਲਓ, ਕਿਸੇ ਵੇਲੇ ਟੀਕਾ ਵੀ ਲਾਉਣਾ ਪੈਂਦਾ, ਕਿਸੇ ਵੇਲੇ ਗੋਲੀ ਵੀ ਖਾਣੀ ਪੈਂਦੀ ਹੈ। ਪਰ ਜੇ ਅਸੀਂ ਰੂਟੀਨ ਦੇ ਵਿੱਚ ਕੌਨਸ਼ੀਅਸ ਰਹੀਏ ਕਿ ਅਸੀਂ ਡੈਫੀਸ਼ੀਐਂਸੀ ਆਉਣ ਹੀ ਨਹੀਂ ਦੇਣੀ, ਲੈਟ ਫੂਡ ਬੀ ਯੂਰ ਮੈਡੀਸਨ, ਤੁਹਾਡੇ ਭੋਜਨ ਦੇ ਵਿੱਚ ਹੀ ਉਹ ਸਾਰੀਆਂ ਚੀਜ਼ਾਂ ਹੋਣ ਨਾ। ਹੁਣ ਜਿੰਨੀ ਸਾਡੇ ਕੋਲ, ਮੈਂ ਜਿਹੜਾ 12 ਖਾਨਾ ਲੂਣਦਾਨੀ ਦਾ ਜ਼ਿਕਰ ਕਰਦਾ ਰਹਿਣਾ, ਉਹਦੇ ਵਿੱਚ ਕੀ ਹੈ? ਜਾਇਫਲ, ਜਵਤਰੀ, ਦਾਲਚੀਨੀ, ਮਗਾਂ, ਛੋਟੀ ਇਲਾਇਚੀ, ਮੋਟੀ ਇਲਾਇਚੀ, ਸੌਂਫ, ਅਜਵਾਇਣ, ਜ਼ੀਰਾ, ਹਲਦੀ, ਇਹਨਾਂ ਦੀ ਭਰਪੂਰ ਵਰਤੋਂ ਹੋਣੀ ਚਾਹੀਦੀ ਹੈ ਕਿਉਂਕਿ ਹਰ ਕਿਸੇ ਦਾ ਇੱਕ ਖਾਸ ਗੁਣ ਹੈ ਔਰ ਸਾਡੀ ਬਾਡੀ ਨੂੰ ਰੋਜ਼ਮਰਾ ਇੱਕ ਪਿੰਚ ਕਿਉਂ ਨਾ ਹੋਵੇ ਸਾਨੂੰ ਚਾਹੀਦਾ ਹੁੰਦਾ। ਲੇਕਿਨ ਇਹ ਚੀਜ਼ਾਂ ਅਸੀਂ ਡਿਸਓਨ ਕਰ ਦਿੱਤੀਆਂ। ਅੱਜ ਦੀ ਜਿਹੜੀ ਤਰਾਸਦੀ ਹੋ ਗਈ ਹੈ ਕਿ ਸਾਨੂੰ ਸਾਬਤ ਮਸਾਲਾ ਕੋਈ ਮਿਲਦਾ ਹੀ ਨਹੀਂ, ਖੜੇ ਮਸਾਲੇ ਅਵੇਲੇਬਲ ਹੀ ਨਹੀਂ ਹੈ। ਉਹ ਸਾਡੀ ਤਰਾਸਦੀ ਇਹਦੇ ਚ ਬਦਲ ਗਈ ਆ ਕਿ ਉਹ ਡੱਬਾ ਬੰਦ ਸਾਨੂੰ ਹਰ ਤਰ੍ਹਾਂ ਦਾ ਮਸਾਲਾ ਮਿਲਦਾ ਹੈ ਜਿਹੜਾ ਕਿ ਫੋਕਟ ਹੈ, ਜਿਹਦਾ ਕੋਈ ਫਾਇਦਾ ਨਹੀਂ ਹੈ। ਲੇਕਿਨ ਸਾਨੂੰ ਮਜਬੂਰੀ ਹੈ, ਅਸੀਂ ਕਰੀਏ ਕਿ ਫਿਰ ਉਹ ਨਹੀਂ ਵਰਤਾਂਗੇ ਤੇ ਕੀ ਵਰਤਾਂਗੇ? ਸਾਡੀ ਇੱਥੇ ਆ ਕੇ ਕੰਪਲਸ਼ਨ ਬਣ ਗਈ ਹੈ ਉਹਨੂੰ ਯੂਜ਼ ਕਰਨਾ। ਅਦਰਵਾਈਜ਼ ਉਹਦੇ ਵਿੱਚ ਅਸੈਂਸ਼ੀਅਲ ਆਇਲ ਉੱਡ ਚੁੱਕੇ ਨੇ। ਕਿਸੇ ਵੀ ਮਸਾਲੇ ਦੇ ਜਿਹੜੇ ਅਸੈਂਸ਼ੀਅਲ ਆਇਲ ਹੈ, ਚਾਹੇ ਉਹ ਮੋਟੀ ਇਲਾਇਚੀ ਹੋਵੇ, ਛੋਟੀ ਇਲਾਇਚੀ ਹੋਵੇ, ਲੌਂਗ ਹੋਵੇ, ਇਹਦੇ ਤੋੜ ਦੇਵਾਂਗੇ, ਕੁੱਟ ਦੇਵਾਂਗੇ, ਰਗੜ ਦੇਵਾਂਗੇ, ਗ੍ਰਾਈਂਡ ਕਰ ਦਾਂਗੇ, ਉੱਡ ਜਾਣਗੇ। 5-7 ਦਿਨ ਤਾਂ ਉਹ ਰਹਿ ਜਾਂਦੇ ਆ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਸਬਜ਼ੀ ਪ੍ਰਪੇਅਰ ਕਰਦੇ ਸੀ ਤੇ ਡੰਡਾ ਕੁੰਡਾ ਹੁੰਦਾ ਸੀਗਾ, ਉਹਦੇ ਚ ਰਗੜ ਕੇ ਉਸੇ ਵੇਲੇ ਉਹਦੀ ਅਸੀਂ ਵਰਤੋਂ ਕਰਦੇ ਸੀਗੇ ਤੇ ਫਿਰ ਪਤਾ ਲੱਗਦਾ ਸੀ ਕਿ ਸਬਜ਼ੀ ਦਾ ਸਵਾਦ ਹੀ ਹੋਰ ਹੈ। ਹੁਣ ਅੱਜ ਉਹ ਚੀਜ਼ਾਂ, ਕੁਝ ਸਾਇੰਸ ਨੇ ਬੜੀ ਤਰੱਕੀ ਕਰ ਲਈ, ਟੈਕਨੋਲੋਜੀ ਨੇ, ਮਸ਼ੀਨਾਂ ਇਹੋ ਜਿਹੀਆਂ ਆ ਗਈਆਂ, ਉਹ ਸਾਰੇ ਲੌਂਗ ਦੇ ਵਿੱਚੋਂ ਤੇਲ ਤਾਂ ਕੱਢ ਲਿਆ, ਇਲਾਚੀ ਦੇ ਵਿੱਚੋਂ ਤੇਲ ਤੋਂ ਕੱਢ ਲਿਆ। ਸਾਡੇ ਕੋਲ ਤਾਂ ਐਵੇਂ ਫੋਕਟ ਜਿਹਾ ਬਾਜ਼ਾਰਾਂ 'ਚ ਵਿਕਦਾ ਫਿਰਦਾ। ਮਜਬੂਰੀ ਹੈ, ਕੁਝ ਕਰ ਨਹੀਂ ਸਕਦੇ, ਪਰ ਸਾਨੂੰ ਪਤਾ ਜ਼ਰੂਰ ਹੋਣਾ ਚਾਹੀਦਾ ਕਿ ਇਹ ਜਿਹੜੇ ਅਸੈਂਸ਼ੀਅਲ ਆਇਲਸ ਨੇ, ਜਦੋਂ ਅਸੀਂ ਸ਼ਕਤੀ ਪਦਾਰਥ ਭੋਜਨ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਇਹ ਸਾਰੇ ਰਸ, ਸਾਰੇ ਸਵਾਦ, ਸਾਰੀਆਂ ਖੁਸ਼ਬੂਆਂ ਹੋਣੀਆਂ ਚਾਹੀਦੀਆਂ। ਰਸ, ਗੁਣ, ਵੀਰਿਆ, ਵਿਪਾਕ, ਉਹਦਾ ਸਵਾਦ, ਉਹਦੀ ਤਸੀਰ, ਉਹਦੀ ਖੁਸ਼ਬੂ, ਉਹਦੀ ਨਿਊਟ੍ਰੀਸ਼ਨਲ ਵੈਲਿਊ, ਇਹ ਸਾਰੇ ਦੇ ਸਾਰੇ ਮਿਲ ਕੇ ਸਾਡੇ ਤੇ ਕੰਮ ਕਰਦੇ ਆ। ਇਸ ਕਰਕੇ ਕਿਹਾ ਇਹ ਆਯੁਰਵੈਦਿਕ ਸਿਧਾਂਤ ਆ। ਰਸ, ਗੁਣ, ਵੀਰਿਆ, ਵਿਪਾਕ ਮਿਲ ਕੇ ਕਰਮ ਕਰਦੇ ਨੇ, ਪ੍ਰਭਾਵ ਦਿੰਦੇ ਨੇ ਔਰ ਸਾਡੀ ਬਾਡੀ ਨੂੰ 100 ਸਾਲ ਤੱਕ ਬਿਨਾਂ ਦਵਾਈ ਤੋਂ ਜੀਣ ਲਈ ਸਾਡੀ ਮਦਦ ਕਰਦੇ ਨੇ। ਇਸ ਕਰਕੇ ਆਓ ਵਰਤੀਏ। ਫਿਰ ਉਹ 12 ਖਾਨਿਆਂ ਵਾਲੀ ਲੂਣਦਾਨੀ ਆਪਣੇ ਘਰੇ ਲਿਆਈਏ। ਔਰ ਅਸੀਂ ਕਿਸੇ ਦਿਨ ਜ਼ਰੂਰ ਗੱਲ ਕਰਾਂਗੇ ਕਿ ਜਾਇਫਲ ਦੀ ਵਰਤੋਂ ਕੀ ਹੁੰਦੀ ਹੈ। ਪੁਰਾਣੇ ਜ਼ਮਾਨੇ 'ਚ ਜਦੋਂ ਵਿਆਹ ਸ਼ਾਦੀ ਹੁੰਦੀ ਸੀ ਘਰਾਂ ਦੇ ਵਿੱਚ ਤੇ ਉਹ ਨਾਈ ਨੇ ਰੋਟੀ ਤਿਆਰ ਕਰਨੀ ਹੁੰਦੀ ਸੀ, ਪਿੰਡ ਦੇ ਵਿੱਚ ਉਹੀ ਸਾਰੀ ਸਬਜ਼ੀ ਭਾਜੀ ਤਿਆਰ ਕਰਦਾ ਸੀ। 400 ਬੰਦੇ ਦੀ ਰੋਟੀ ਲਿਖ, ਲਿਸਟ ਬਣਾ, 2 ਮੀਟਰ ਲੰਬੀ ਲਿਸਟ ਬਣ ਜਾਣੀ। ਇਹ ਕਹਿੰਦਾ ਜਾ ਲੈ ਕੇ ਆਓ, ਰਾਸ਼ਨ ਲਿਆ ਕੇ ਸੁੱਟੋ, ਮੈਂ ਤਿਆਰੀ ਕਰਨੀ ਆ। ਤੇ ਬਾਅਦ 'ਚ ਕਹਿਣ ਲੱਗਿਆ, ਜਾਣ ਲੱਗਿਆ, ਇੱਕ ਜਾਇਫਲ ਵੀ ਲੈ ਆਇਓ। ਇੱਕ ਜਾਇਫਲ 400 ਬੰਦੇ ਦੀ ਰੋਟੀ ਚੋਂ ਵਾਈ ਮਕਾਉਣ ਲਈ ਕੰਮ ਕਰਦਾ ਸੀ। ਸੋ ਉਦੋਂ ਅਗਰ ਅਸੀਂ ਚੁੰਡੀ ਪਰ ਅਗਰ ਅਸੀਂ ਪਾ ਲਵਾਂਗੇ ਤੇ ਉਹ ਵਾਈ ਕੰਟੈਂਟ ਜਿਹੜਾ ਬਹੁਤ ਸਾਰੀਆਂ ਬਿਮਾਰੀਆਂ ਦਾ ਦੋਸ਼ ਹੈ ਇਸ ਵੇਲੇ ਵਾਈ ਦਾ, ਉਹਦਾ ਸਭ ਤੋਂ ਵੱਡਾ ਪ੍ਰਭਾਵ ਹੈ। ਤੇ ਜੇ ਅਸੀਂ ਵਾਈ ਆਪਣੇ ਖਾਣੇ ਦੇ ਵਿੱਚੋਂ ਮੁਕਾ ਲਈਏ ਤੇ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋ ਜਾਂਦੀਆਂ, ਕਿਉਂਕਿ 90% ਬਿਮਾਰੀਆਂ ਸਾਨੂੰ ਵਾਈ ਦੇ ਕਾਰਨਾਂ ਕਰਕੇ ਹੋ ਰਹੀਆਂ। ਇਹ ਅਜੇ ਪੱਛਮ ਨੂੰ ਨਹੀਂ ਇਹਦੀ ਸਮਝ ਆਉਣੀ ਅਜੇ ਵਾਈ ਕੀ ਹੁੰਦੀ ਹੈ। ਵਾਈ ਕੀ ਹੁੰਦੀ ਹੈ, ਕਿਸੇ ਡਾਕਟਰ ਨੂੰ ਜਾ ਕੇ ਉਹ ਕੀ ਹੁੰਦਾ ਹੈ, ਕੋਈ ਡੋਂਟ ਅੰਡਰਸਟੈਂਡ ਇਟ। ਯੈਸ, ਇਹ ਵਾਈ ਹੁੰਦੀ ਹੈ ਕਿਉਂਕਿ ਵਾਤ ਦਾ ਜਿਹੜਾ ਦੋਸ਼ ਹੈ, ਆਯੁਰਵੈਦਿਕ ਸਿਧਾਂਤ ਹੈ ਜਿਹੜਾ, ਉਹਦੇ ਵਿੱਚ ਵਾਤ, ਪਿੱਤ, ਕਫ, ਇਹ 3 ਦੋਸ਼ ਨੇ ਜਿਹੜੇ ਤੁਹਾਡੇ ਸਰੀਰ ਨੂੰ ਬਿਮਾਰੀ ਦਿੰਦੇ ਆ ਤੇ ਇਹਨਾਂ ਦਾ ਸੰਤੁਲਨ ਬਿਮਾਰੀ ਮੁਕਤ ਕਰਦਾ ਹੈ। ਜੇ ਤੁਸੀਂ ਹਿਮਾਲਾ ਤੋਂ ਪਾਰ ਚਾਈਨਾ 'ਚ ਚਲੇ ਜਾਓਗੇ ਤੇ ਉਹਨਾਂ ਦੇ 2 ਸਿਧਾਂਤ ਨੇ, ਯਿਨ ਐਂਡ ਯੈਂਗ, ਇੱਕ ਠੰਡਾ ਆ, ਇੱਕ ਗਰਮ ਹੈ। ਜੇ ਤੁਸੀਂ ਯੂਰਪ 'ਚ ਚਲੇ ਜਾਓਗੇ ਜਾਂ ਸਕੈਂਡੀਨੇਵੀਆ 'ਚ ਜਾਓਗੇ ਤੇ ਡਾਕਟਰਾਈਨ ਆਫ ਸਿਗਨੇਚਰ, ਸਿਮਿਲੈਰਿਟੀ, ਜਿਹੜੀ ਚੀਜ਼ ਤੁਹਾਡੇ 'ਚ ਜ਼ਿਆਦਾ ਉਹਨੂੰ ਘਟਾਓ, ਜਿਹੜੀ ਘੱਟ ਆ ਉਹ ਦਿਓ, ਸਿਮਿਲੈਰਿਟੀ।
ਤੋ ਉਸ ਤਰ੍ਹਾਂ ਦੀਆਂ ਬਿਮਾਰੀਆਂ, ਜੇ ਤੁਹਾਨੂੰ ਗੋਡਿਆਂ ਦੀ ਬਿਮਾਰੀ ਹੈ ਤੇ ਕਹਿਣਗੇ ਖਰੋੜੇ ਖਾਓ, ਡਾਕਟਰ ਰਾਈਨੋਫ ਸਿਗਨੇਚਰ ਜਿਹੜਾ ਆ। ਸੋ ਇਸ ਤਰ੍ਹਾਂ ਇਹ 2 ਹਿਊਮਰ ਥਿਊਰੀ, 3 ਹਿਊਮਰ ਥਿਊਰੀ, 4 ਹਿਊਮਰ, ਇਹ ਦੁਨੀਆ ਭਰ ਦੇ ਜਿੰਨੇ ਏਂਸ਼ੀਅੰਟ ਹੈਲਥ ਸਿਸਟਮ ਨੇ, ਕਿਉਂਕਿ ਅਸੀਂ ਲੋਕਾਂ ਨੇ ਕੰਪੈਰੇਟਿਵ ਸਟੱਡੀ ਕੀਤੀ ਆ, ਅਲਟੀਮੇਟਲੀ ਇਹ ਸਾਰੇ ਇੱਕ ਨੇ। ਹਿਊਮਨ ਬਾਡੀ ਇੱਕ ਹੈ। ਮੈਨੂੰ ਤੇ ਬੜੀ ਹੈਰਾਨੀ ਹੁੰਦੀ ਆ, ਔਰਤ ਦਾ ਸਰੀਰ ਮਰਦ ਦਾ ਸਰੀਰ ਇੱਕ ਹੈ, ਥੋੜਾ ਜਿਹਾ ਹੀ ਫਰਕ ਹੈ। ਆ ਵਿਟਾਮਿਨ ਔਰਤਾਂ ਵਾਸਤੇ ਬਣੇ ਨੇ, ਆ ਮਰਦਾਂ ਵਾਸਤੇ ਬਣੇ ਨੇ, ਆ ਬੱਚਿਆਂ ਵਾਸਤੇ ਬਣੇ ਆ। ਬੜਾ ਹਾਸੋਹੀਣੀ ਗੱਲ ਹੁੰਦੀ ਹੈ ਕਿ ਇਹ ਤੁਸੀਂ ਕੀ ਬਣਾ ਰਹੇ ਹੋ ਲੋਕਾਂ ਦਾ। ਬਿਕਾਜ਼ ਇਹ ਮਾਰਕੀਟ ਹੈ, ਉਹਦੇ 'ਚ ਉਹਨਾਂ ਨੇ ਸਮਾਨ ਵੇਚਣਾ ਆ, ਉਹਦੇ 'ਚ ਉਹਨਾਂ ਨੇ ਸਾਰੀਆਂ ਗੱਲਾਂ ਕਰਨੀਆਂ, ਚੀਜ਼ਾਂ ਤੇ ਉਹੀ ਨੇ, ਉਸੇ ਦਾ ਰੰਗ ਰੂਪ ਬਦਲ ਕੇ। ਸੋ ਇਸ ਕਰਕੇ ਸਾਨੂੰ ਕੁਦਰਤੀ ਸਰੋਤਾਂ ਦੇ ਉੱਤੇ, ਕੁਦਰਤੀ ਭੋਜਨ ਦੇ ਉੱਤੇ, ਕੁਦਰਤੀ ਤੌਰ ਤਰੀਕੇ ਹੈ, ਜਿਹੜਾ ਤੁਹਾਡੀ ਜੀਵਨ ਸ਼ੈਲੀ ਤੇ ਖਾਣ ਪੀਣ ਦਾ ਜਿਹੜਾ ਤਰੀਕਾ, ਤੌਰ ਤਰੀਕਾ, ਉਹ ਕੁਦਰਤੀ ਹੋਣੇ ਚਾਹੀਦੇ ਆ। ਜੇ ਤੁਸੀਂ ਕੁਦਰਤ ਦੇ ਨਾਲ ਰਚ ਮਿਚ ਕੇ ਜੀਓਗੇ ਤਾਂ ਤੁਸੀਂ ਕਦੇ ਬਿਮਾਰ ਨਹੀਂ ਹੋ ਸਕਦੇ। 100 ਸਾਲ ਜੀਓ ਬਿਨਾਂ ਦਵਾਈ ਤੋਂ ਤੇ ਬਿਨਾਂ ਡਾਕਟਰ ਤੋਂ। ਇਹੀ ਸਾਡੀ ਮਕਸਦ ਹੈ। ਅੱਜ ਅਫਸੋਸ ਇਸ ਚੀਜ਼ ਦਾ ਕਿ ਜਿੰਨੇ ਸਾਡੇ ਵਰਗੇ ਪ੍ਰੋਗਰਾਮ ਹੋ ਰਹੇ ਹਨ, ਉਹ ਸਾਰੇ ਦੇ ਸਾਰੇ ਬਿਜ਼ਨਸ ਪ੍ਰਮੋਟ ਕਰਨ ਵਾਸਤੇ ਹੋ ਰਹੇ ਹਨ। ਅਸੀਂ ਲੋਕਾਂ ਦੀ ਵੈਲਫੇਅਰ ਨਹੀਂ ਕਰ ਰਹੇ। ਬਿਲਕੁਲ। ਜੇ ਅਸੀਂ ਦਿਲ ਤੋਂ ਵੈਲਫੇਅਰ ਕਰੀਏ ਤੇ ਫਿਰ ਮੈਂ ਸਮਝਦਾ ਕਿ ਸਾਨੂੰ ਲੋਕਾਂ ਨੂੰ ਵੱਧ ਤੋਂ ਵੱਧ ਐਜੂਕੇਟ ਕਰਨਾ ਚਾਹੀਦਾ। ਲੈਟ ਅਸ ਨਾਟ ਫਾਲ ਸਿਕ। ਆਓ ਬਿਮਾਰ ਹੀ ਨਾ ਹੋਈਏ, ਬਲਕਿ ਅਸੀਂ ਤੇ ਚਾਹ ਰਹੇ ਹਾਂ ਕਿ ਬਿਮਾਰ ਹੋਵੋ, ਸਾਡੇ ਕੋਲ ਆਓ ਤੇ ਦਵਾਈਆਂ ਲਓ। ਕੋਸ਼ਿਸ਼ ਇਹ ਕਰੀਏ, ਜੇ ਸਮਾਜ ਦੀ ਸੇਵਾ ਕਰਨੀ ਹੈ, ਕਮਿਊਨਿਟੀ ਦੀ ਸੇਵਾ ਕਰਨੀ ਹੈ, ਕਿ ਫਿਰ ਪੈਸੇ ਦਾ ਲਾਲਚ ਥੋੜਾ ਜਿਹਾ ਪਰਾਂ ਰੱਖੀਏ ਤੇ ਲੋਕਾਂ ਨੂੰ ਐਜੂਕੇਟ ਕਰੀਏ, ਜਨ ਸਧਾਰਨ ਨੂੰ ਐਜੂਕੇਟ ਕਰੀਏ ਕਿ ਆਓ ਬਿਮਾਰ ਨਾ ਹੋਈਏ। ਲੈਟ ਅਸ ਨਾਟ ਫਾਲ ਸਿਕ। ਇਹ ਬਹੁਤ ਵਧੀਆ ਗੱਲ ਜਿਹੜੀ ਤੁਸੀਂ ਕਹੀ ਹੈ ਡਾਕਟਰ ਸਾਹਿਬ, ਕਿਉਂਕਿ ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ, ਉਹ ਸਾਰੀਆਂ ਚੀਜ਼ਾਂ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮ ਰਹੀਆਂ ਸੀ ਕਿ ਅਸੀਂ ਕਿੰਨਾ ਫੈਸੀਨੇਟ ਹੋ ਜਾਂਦੇ ਹਾਂ ਚੀਜ਼ਾਂ ਨੂੰ ਦੇਖ ਕੇ। ਅਸੀਂ ਗਰੋਸਰੀ ਲੈਣ ਜਾਂਦੇ ਹਾਂ ਤੇ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਸਾਰਾ ਕੁਝ ਇੱਕੋ ਛੱਤ ਦੇ ਥੱਲੇ ਆ, ਤੇ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਅੱਛਾ ਆਹ ਨਵੀਂ ਚੀਜ਼ ਆਈ ਹੈ, ਆਹ ਡੱਬੀ ਬੜੀ ਸੋਹਣੀ ਹੈ ਇਹਦੀ। ਫਿਰ ਅਸੀਂ ਪੜ੍ਹਦੇ ਹਾਂ ਇਹਦੇ ਵਿੱਚ ਜੀ ਆਹ ਵੀ ਹੈਗਾ, ਆਹ ਵੀ ਹੈਗਾ, ਅਸੀਂ ਉਹ ਘਰ ਚੱਕ ਲਿਆਉਂਦੇ ਹਾਂ। ਅਸੀਂ ਇਹ ਨਹੀਂ ਦੇਖਦੇ ਕਿ ਉਹਦੀ ਜਗ੍ਹਾ ਦੇ ਉੱਤੇ ਅਸੀਂ ਜਿਹੜੀ ਸਬਜ਼ੀ ਘਰ ਨੂੰ ਲੈ ਕੇ ਜਾ ਰਹੇ ਹਾਂ ਉਹ ਵਧੀਆ ਹੋਣੀ ਚਾਹੀਦੀ ਹੈ। ਉਹਦੀ ਜਗ੍ਹਾ ਦੇ ਉੱਤੇ ਜਿਵੇਂ ਤੁਸੀਂ ਕਿਹਾ ਕਿ ਮਸਾਲੇ ਕਿਸ ਤਰ੍ਹਾਂ ਦੇ ਸਾਡੇ ਕੋਲ ਹੋਣੇ ਚਾਹੀਦੇ ਆ। ਕਹਿੰਦੇ ਹੁੰਦੇ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਪਰ ਅਸੀਂ ਚਮਕਦੀ ਚੀਜ਼ ਦੇ ਉੱਤੇ ਜ਼ਿਆਦਾ ਡੁੱਲ ਜਾਂਦੇ ਹਾਂ। ਪਰ ਸਾਨੂੰ ਦੇਖਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਇਹ ਸਾਰੀਆਂ ਚੀਜ਼ਾਂ ਅਸੀਂ ਕੱਢ ਰਹੇ ਹਾਂ ਭੋਜਨ 'ਚੋਂ। ਭੋਜਨ 'ਚ ਕੀ ਰਹਿ ਗਿਆ ਜੀ? ਸਵੇਰੇ ਐਗ ਖਾ ਰਹੇ ਹਾਂ ਤੇ ਐਗ ਦੇ ਉੱਤੇ ਸਿਰਫ ਬਲੈਕ ਪੈਪਰ ਪਾ ਰਹੇ ਹਾਂ, ਤੇ ਉਸ ਤੋਂ ਬਾਅਦ ਮਸਾਲੇ ਸਬਜ਼ੀਆਂ ਤਾਂ ਖਾ ਹੀ ਨਹੀਂ ਰਹੇ। ਪਰ ਮਸਾਲਿਆਂ ਨੂੰ ਕਿਵੇਂ ਤੁਸੀਂ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰਨਾ, ਕਿਉਂਕਿ ਅਸੀਂ ਜਦੋਂ ਪੰਜਾਬ ਨਾਲ ਬਿਲੋਂਗ ਕਰਦੇ ਹੋਈਏ, ਭਾਰਤ ਨਾਲ ਬਿਲੋਂਗ ਕਰਦੇ ਹੋਈਏ, ਤਾਂ ਘਰ ਦੇ ਵਿੱਚ ਸਬਜ਼ੀਆਂ ਵਗੈਰਾ ਇਹ ਸਭ ਕੁਝ ਬਣਦਾ। ਪਰ ਇਹ ਹੈ ਕਿ ਅਸੀਂ ਇਹ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਹਨੂੰ ਇਨਕਲੂਡ ਕਰਨ ਦੀ ਜਿਹੜੀ ਜ਼ਿਆਦਾ ਜ਼ਰੂਰਤ ਹੈਗੀ ਹੈ, ਤਾਂ ਕਿ ਕੁਦਰਤ ਦੇ ਨੇੜੇ ਵੀ ਰਹਿ ਜਾਵੇ ਤੇ ਬਿਮਾਰ ਵੀ ਨਾ ਹੋਇਆ ਜਾਵੇ। ਸੋ ਬਹੁਤ ਵਧੀਆ ਮੈਸੇਜ ਹੈ ਜੀ ਤੁਹਾਡਾ। ਤੁਸੀਂ ਸਾਨੂੰ ਐਡੂਕੇਟ ਕਰ ਰਹੇ ਆ, ਇਨਫੋਰਮੇਸ਼ਨ ਦੇ ਰਹੇ ਆ। ਹੋਪਫੁਲੀ ਕਿ ਆ 12 ਮਸਾਲੇ ਜਿਹੜੇ ਹੈਗੇ ਨੇ ਇਹ ਬੈਕ ਸਾਡੀ ਕਿਚਨ ਦੇ ਵਿੱਚ ਆ ਜਾਣ, ਜਿਹੜੇ ਕਿ ਹੁਣ 4 ਤੋਂ 5 ਰਹਿ ਗਏ ਹੈਗੇ ਆ। ਸੋ ਥੈਂਕ ਯੂ ਸੋ ਮਚ ਫॉर ਆਲ ਦ ਇਨਫੋਰਮੇਸ਼ਨ। ਥੈਂਕ ਯੂ ਫॉर ਟੁਡੇ। ਸਤਿ ਸ਼੍ਰੀ ਅਕਾਲ। ਸੋ ਡਾਕਟਰ ਮਾਹਲ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਸੀ, ਜਿਨ੍ਹਾਂ ਨੇ ਬੜੀ ਕੀਮਤੀ ਵਡਮੁੱਲੀ ਇਨਫੋਰਮੇਸ਼ਨ ਸਾਨੂੰ ਦਿੱਤੀ ਹੈ। ਹਮੇਸ਼ਾ ਬਿਮਾਰੀਆਂ ਦੀ ਗੱਲ ਕਰਦੇ ਹਾਂ ਕਿ ਬਿਮਾਰੀ ਆ ਗਈ, ਹੁਣ ਰੋਕੀਏ ਕਿਵੇਂ, ਪਰ ਕੋਈ ਇਹ ਗੱਲ ਨਹੀਂ ਕਰਦਾ ਕਿ ਬਿਮਾਰੀ ਆਉਣ ਹੀ ਨਾ ਦਈਏ। ਸੋ ਆਓ ਸਾਰੇ ਘਰ ਦੇ ਵਿੱਚ ਇਹ ਗੱਲ ਕਰੀਏ ਕਿ ਬਿਮਾਰੀ ਘਰ ਦੇ ਵਿੱਚ ਆਵੇ ਹੀ ਨਾ, ਸਾਰੇ ਤੰਦਰੁਸਤ ਰਹਿਣ, ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਤੰਦਰੁਸਤ ਰਹੇ। 100 ਸਾਲ ਜਿਉਣ ਦੀ ਜਿਹੜੀ ਗੱਲ ਡਾਕਟਰ ਸਾਹਿਬ ਕਰਦੇ ਨੇ, ਉਹਨੂੰ ਇੰਪਲੀਮੈਂਟ ਕਰੀਏ ਤੇ ਇਹਨਾਂ ਦੇ ਫਾਰਮੂਲਾਜ਼ ਨੂੰ ਅਪਣਾਈਏ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV।